मैं हूँ परम पुरख को तासा, मैं हूँ परम पुरख को तासा, मैं हूँ परम पुरख को तासा, मैं हूँ परम पुरख को तासा। देखण आयो जगत तमासा, देखण आयो
गुरु गोबिंद सिंह जी महाराज इस संसार के अंदर जात पात दे कोड़ खत्म करने सारियां दी बराबरी ते स्वै मान की जिंदगी दिउण धर्म उभारन लई ते दुष्टां नूं खत्म करन लई सतगुरु इस संसार में करना कीता है। गुरु साहब ने अपने जीवन के अंदर बड़े बड़े काम किए और इस लोकाई लई इस संसार लई अपने पूरे परिवार को कुर्बान कर दिता, बाढ़ दिता। अपने कोल सतगुरु ने कुछ भी ना रखिया और इस भारत वर्ष में आजादी का सुपना दिखा दिता, गुलामी दी जंजीरां तोड़ दिया दस दित्तियां। गुरु साहब अपने जीवन के अंदर बड़े बड़े कारनामे करके भी कह रहे हैं कि मैं परम पुरख को दासा देखने आयो जग तेरा पासा। मैं संसार के अंदर तमाशा देखने आया। आज तक दुनिया के अंदर कितने अवतार आए जिन्होंने अपने आप को परमात्मा कहाया, जिन्होंने अपने आप को रब कहाया, पर गुरु गोबिंद सिंह जी महाराज ऐसे नहीं जिहड़े अपने आप को दास आखे। उन्होंने अलग ही गल है, अलग ही विलक्षणता है। दबे गुजरिया अमृत की दात बख्श के सिंह सजा दिता, सिंह बना दिता।
ਤਾਂ ਫਿਰ ਆਪ ਹੱਥ ਜੋੜ ਕੇ ਉਹਨਾਂ ਦੇ ਕੋਲ ਅੰਮ੍ਰਿਤ ਦੀ ਦਾਤ ਮੰਗੀ, ਅੰਮ੍ਰਿਤ ਦੀ ਦਾਤ ਮੰਗੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀ। ਕੋਈ ਹੈ ਐਸਾ ਗੁਰੂ ਜਿਹੜਾ ਆਪਣੇ ਚੇਲਿਆਂ ਨੂੰ ਆਪਣੇ ਵਾਲੀ ਗੱਦੀ ਤੇ ਬਿਠਾਵੇ? ਗੁਰੂ ਬਹੁਤ ਨੇ, ਪਰ ਉਹ ਕਹਿੰਦੇ ਮੇਰਾ ਸਿੰਘਾਸਨ ਉੱਚਾ ਹੋਏਗਾ, ਮੇਰੇ ਚੇਲਿਆਂ ਦਾ ਨੀਵਾਂ ਦੀ ਸਦਾ ਹੀ ਸੇਵਾ ਕਰਨਗੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਹਨ ਜਿਨ੍ਹਾਂ ਨੇ ਆਪਣੀ ਲੁਕਾਈ ਨੂੰ, ਆਪਣੇ ਸਿੰਘਾਂ ਨੂੰ, ਪੰਜ ਪਿਆਰਿਆਂ ਨੂੰ ਗੁਰੂ ਵਾਲਾ ਦਰਜਾ ਦਿੱਤਾ ਔਰ ਖੁਦ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜੀਵਨ ਦੇ ਅੰਦਰ ਵੱਡੇ ਵੱਡੇ ਕੰਮ ਕਰਦੇ ਹਨ। ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਦੇ ਜੀਵਨ ਦੇ ਅੰਦਰ ਇੱਕ ਜੰਗ ਆਉਂਦੀ ਹੈ, ਭੰਗਾਣੀ ਦੀ ਜੰਗ। ਪੌਂਟਾ ਸਾਹਿਬ ਤੋਂ ਕੋਈ 60 ਮੀਲ ਤੇ ਦੂਰ ਪਹਾੜੀ ਰਾਜੇ ਗੁਰੂ ਸਾਹਿਬ ਦੇ ਚੰਗੇ ਕੰਮਾਂ ਨੂੰ ਪਸੰਦ ਨਹੀਂ ਕਰਦੇ। ਦੱਬੇ ਕੁਚਲੇ ਲੋਕਾਂ ਨੂੰ ਉੱਚਾ ਉੱਠਣ ਨਹੀਂ ਦੇਣਾ ਚਾਹੁੰਦੇ। ਸੋ ਇਹਨਾਂ ਨੇ ਵਿਉਂਤਬੰਦੀ ਬਣਾਈ ਤੇ ਰਾਜਾ ਹਰੀ ਚੰਦ ਜਿਹੜਾ ਬੜਾ ਬਹਾਦਰ ਸੂਰਮਾ ਸੀ, ਇਹ ਸਤਿਗੁਰ ਦੇ ਉੱਤੇ 80,000 ਦੀ ਫੌਜ ਲੈ ਕੇ ਆਇਆ। 80,000 ਦੀ ਫੌਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਉਸ ਸਮੇਂ ਇੱਕ 500 ਪਠਾਨ ਸਨ ਜਿਹੜੇ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤੇ ਸਨ। ਇਹਨਾਂ ਨੂੰ ਔਰੰਗਜ਼ੇਬ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਇਹਨਾਂ ਨੂੰ ਕੋਈ ਹੋਰ ਰੱਖਦਾ ਨਹੀਂ ਸੀ ਔਰੰਗਜ਼ੇਬ ਦੇ ਡਰ ਤੋਂ। ਤੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇਹਨਾਂ ਨੂੰ ਲੈ ਕੇ ਆਇਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਦੀ ਗੁਲਾਮੀ ਨਹੀਂ ਕਬੂਲਦੇ, ਕਿਸੇ ਦੇ ਕੋਲੋਂ ਡਰਦੇ ਨਹੀਂ। ਤੇ ਇਹਨਾਂ ਨੂੰ ਸਤਿਗੁਰ ਦੀ ਚਰਨਾਂ ਵਿੱਚ ਲੈ ਕੇ ਆਇਆ। ਗੁਰੂ ਸਾਹਿਬ ਨੇ ਇਹਨਾਂ ਨੂੰ ਉਹ ਦਾਸਾ ਦਿੱਤਾ, ਪਰ ਜਦੋਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 80,000 ਦੀ ਫੌਜ ਚੜ ਕੇ ਆ ਰਹੀ ਹੈ ਤੇ ਇਹਨਾਂ ਦੇ ਮਨ ਡੁੱਲ ਗਏ। ਇਹ ਜਾ ਕੇ ਦੁਸ਼ਮਣ ਦੀ ਫੌਜ ਦੇ ਵਿੱਚ ਰਲ ਗਏ। 400 ਪਠਾਨ ਹਰੀ ਚੰਦ ਦੇ ਜਾਨ ਜਾ ਕੇ ਰਲ ਗਿਆ ਔਰ ਗੁਰੂ ਸਾਹਿਬ ਦੇ ਕੋਲ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਣੇ ਖੁਦ ਦੇ ਜਿਹੜੇ ਸਿੱਖਾਂ ਨੇ ਕੇਵਲ ਉਹਨਾਂ ਦੀ 50 ਗਿਣਤੀ ਹੈ ਔਰ ਗੁਰੂ ਸਾਹਿਬ ਨੂੰ ਇਹ ਸੰਸਾਰ ਦਾ ਸਭ ਤੋਂ ਵੱਡਾ ਜਰਨੈਲ ਆਖਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਜਿੰਨੇ ਵੀ ਜੰਗ ਲੜੀ ਗੁਰੂ ਸਾਹਿਬ ਦੇ ਕੋਲ ਜਾਂ 100 ਸਿੱਖ ਹੋਣੇ, ਗੁਰੂ ਦੇ ਸਿੰਘ ਹੋਣੇ ਜਾਂ 500 ਹੋਣੇ, ਅੱਗੇ ਹਜ਼ਾਰਾਂ ਦੀ ਤੇ ਲੱਖਾਂ ਦੀ ਫੌਜ ਹੁੰਦੀ ਤੇ ਗੁਰੂ ਸਾਹਿਬ ਉਹਨਾਂ ਨੂੰ ਮਾਤ ਦੇ ਦਿੰਦੇ। ਤੇ ਉਹਨੇ ਕਰ ਜੰਗ ਚੱਲ ਪਿਆ ਹੈ, ਜੁਗ ਪੱਕ ਗਿਆ ਹੈ। ਗੁਰੂ ਸਾਹਿਬ ਦੇ ਕੇਵਲ 50 ਪਿਆਰੇ ਹਨ ਜਿਹੜੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਗੁਰੂ ਦੇ ਨਾਲ ਖੜੇ ਹਨ ਤੇ ਕੁਝ 100 ਪਠਾਨ ਬੱਚੇ ਬਾਕੀ ਦੂਸਰੇ ਪਾਸੇ ਜਾ ਕੇ ਰਲ ਗਏ ਔਰ ਯੁੱਧ ਦਾ ਮੈਦਾਨ ਪੱਕ ਰਿਹਾ ਹੈ। ਤੇ ਪੀਰ ਬੁੱਧੂ ਸ਼ਾਹ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਕਿ ਮੇਰੇ ਰਖਾਏ ਹੋਏ ਬੰਦੇ ਚਲੇ ਗਏ ਹਨ, ਫਿਰ ਉਹ ਆਪਣੇ 700 ਮਰੀਦ ਆਪਣੇ ਪੁੱਤਰਾਂ ਨਾਲ ਲੈ ਕੇ ਯੁੱਧ ਦੇ ਮੈਦਾਨ ਵਿੱਚ ਆ ਜਾਂਦਾ ਹੈ
महंत कृपाल दास ये भी गुरु के प्यार वाला ये भी आता है। सो गुरु साहब के कोल कोई गिनती बहुत ही ज्यादा नहीं है, कोई बहुत ही ज्यादा नहीं है। ते युद्ध पखिया होया है अगों 80,000 ते इधर थोड़ी जी फौज है, पर नाल उस परमात्मा का ओट आसरा है। मैनो परम पुरख उदासा, मैनो परम पुरख उदासा, देखण आयो जगत तमाशा, देखण आयो जगत तमाशा, मैनो परम पुरख उदासा, मैनो परम पुरख उदासा। एक कारण प्रभ मोहे पठायो, तब मैं जाके जन्म धारे आयो। तब मैं जाके जन्म धारे आयो, तब मैं जाके जन्म धारे आयो, तब मैं जाके जन्म धारे आयो। मैनो परम पुरख उदासा, मैनो परम पुरख उदासा। कहते जो हरिचंद है ये बड़ा बहादुर सूरमा है और इसका मुकाबला हो रहा है भाई जीत मल दे नाल। जदों मुकाबला चल रहा है ते दोनों का साझा वार होता है। भाई जीत मल जी शहीद हो जाते हैं ते हरिचंद बेहोश हो जाता है। ते कुछ समय बाद इसनूं होश आउंदी है ते अपने सैनिकां नूं पुछदा है कि जंग दा की बनिया। कहण लगे कि जंग हाले चल रही है। उसी वक्त जोश विच आउंदा है ते गुरु गोबिंद सिंह जी महाराज नूं ललकारदा है। कहण लगा क्यों मामा ने पुत्तां नूं मरवा रहे हो, इस तरह करो आमो सामने होके मेरे नाल जंग कर लो। गुरु साहब ने इसकी ललकार नूं सुनिया ते अपने घोड़े नूं लड़ा के दी सामने आ गए। हरिचंद गुरु गोबिंद सिंह जी महाराज नूं आखदा है कि तुसी पहले मेरे ते वार करो। गुरु गोबिंद सिंह जी महाराज कहते असीं फकीर लोग हाँ, पहला वार कभी किसी ते करते नहीं हाँ। देख नाले पहले तू ललकारिया है, मैं तेनू मौका दिंदा। हरिचंद सोचण लगा है भी लगदा गुरु गोबिंद सिंह जी महाराज को युद्ध की रणनीति का बिल्कुल ही पता नहीं है। राजनीति के अंदर कभी किसी को मौका नहीं दिता जाता, पहले ही हल्ला बोल दिता जाता है मैं कितने कोई अगे पहले साढ़े धावा ना करते आ भी ना हो जाए।
ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੀ ਗਲਤੀ ਕਰ ਲਈ ਹੈ ਜੋ ਪਹਿਲੇ ਮੈਨੂੰ ਵਾਰ ਕਰਨ ਲਈ ਲਲਕਾਰ ਮਾਰੀ ਹੈ। ਹਰੀ ਚੰਦ ਨਿਸ਼ਾਨਾ ਲਗਾਉਂਦਾ ਹੈ, ਤੀਰ ਨੂੰ ਖਿੱਚਦਾ ਹੈ। ਯੁੱਧ ਦੀ ਇੱਕ ਨੀਤੀ ਹੁੰਦੀ ਹੈ ਕਿ ਪਹਿਲੇ ਯੁੱਧ ਕਰਨ ਵਾਲੇ ਕਈ ਵਾਰ ਘੋੜੇ ਦੇ ਉੱਤੇ ਵਾਰ ਕਰਦੇ, ਘੋੜੇ ਨੂੰ ਥੱਲੇ ਸੁੱਟ ਲੈਂਦੇ, ਫਿਰ ਉਸ ਤੇ ਸਵਾਰ ਨੂੰ ਖਤਮ ਕਰ ਦਿੰਦੇ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨੀਲੇ ਘੋੜੇ ਦਾ ਨਿਸ਼ਾਨਾ ਬਣਾਇਆ, ਤੀਰ ਛੱਡਿਆ। ਗੁਰੂ ਸਾਹਿਬ ਇਸ ਦੀ ਅੱਖ ਦੇ ਇਸ਼ਾਰੇ ਨੂੰ ਸਮਝ ਜਾਂਦੇ ਹਨ, ਤੀਰ ਛੱਡਦਾ ਹੈ, ਘੋੜੇ ਨੂੰ ਵੱਡੀ ਮਾਰਦੇ ਹਨ, ਘੋੜਾ ਇੱਕ ਪਾਸੇ ਕਰਦੇ ਹਨ, ਬਾਹਰ ਖਾਲੀ ਚਲਿਆ ਜਾਂਦਾ ਹੈ। और ये बड़ा हैरान होता है कि आज तक मेरा बार कभी खाली नहीं गया, मेरा तीर कभी खाली नहीं गया, आज तीर खाली चलिया गया। गुरु गोबिंद सिंह जी महाराज कह लगे बई फकीर नूं हाले भी गुस्सा नहीं आया, रो नहीं चढ़िया, एक मौका मैं तेनू होर दिता है, एक बार तू होर कर ले। दूसरा तीर छड्डदा है, गुरु साहब दे कंध दे नेड़े ही लंघदा है, पर बार फिर खाली चलिया जाता है। कि उस वक्त एक कह लगा गुरु गोबिंद सिंह जी महाराज भी चलो तुसी वार करो, क्योंकि भी योद्धा है, वार दे कोलों डरदा नहीं। गुरु गोबिंद सिंह जी महाराज कह लगे नहीं बई हले तेनू एक मौका होर देना है, तेनू वार दा एक मौका होर देना है। हाले भी गल समझ नहीं रहा कि गुरु बख्शंद है, गुरु दा किसी दे नाल बैर नहीं है, गुरु दे चाहता है कि इस नूं अपनी गलती का एहसास हो जाए ते गुरु की अजमत को समझ ले। गुरु तुहानू गुलामी दी जंजीरां तो कट्टण लई आए हैं ते उसे गुरु के सामने तुसीं आके खड़े हो गए ते हुण सोच रहा है, कहता भी दो बार ते खाली चले गए, शायद गुरु साहब की किस्मत चंगी सी, पर हुण जिहड़ा हुण तां मैं तीर दे नाल निशाना करना है, ये बार मेरा खाली नहीं जाएगा। ते गुरु गोबिंद सिंह जी महाराज को मैं इत्थे खत्म कर दिया। निशाना लगाता है, तीर छड्डदा है, ये तीर जाके गुरु साहब दे कमर कसे दे विच लगदा है। जदों जंग दे मैदान दे विच सिख बहादुर जाते हैं ते कमर कसा करदे हैं, उहदे थल्ले पेटी बंधी हुंदी है, कमाला सजाते हैं, सिर ते चक्कर लगाया हुआ है, सिर ते वार ना होवे, कमर कसे विच कई हथियार रखे जा सकते हैं। तीर लगा आके थोड़ा जिहा इस पेटी दे विचों पार होया ते गुरु साहब दे शरीर दे नाल थोड़ी जी दी चुंझ आके लगी ते जदों गुरु साहब दे शरीर दे नाल एक टच कीता, थोड़ी जी चोट लगी। गुरु गोबिंद सिंह जी महाराज आखण लगे जब बाण लागे तब रुस जा गया। गुरु साहब रोह के अंदर आ गए। गुरु गोबिंद सिंह जी महाराज ने अपने धनुख दे विच तीर नूं चढ़ा लिया है ते गुरु साहब कह लगे हरिचंद अपने ब्रह्मा विष्णु में ईश्वर को याद कर ले, अपने गुरु पीरा को याद कर ले, क्योंकि हुण तीर मैं चलाउण लगा ते हरिचंद जिहदे कोल बलैती ढाल है, जिहदे विचों कदी कोई बार अगे नहीं लंघिया, इन्हां जरनैलां दे कोल, राजियां दे कोल लोहे दियां संजोआं हुंदियां सन, शरीर दे उत्ते पूरियां पाइयां हुंदियां सन,
ਤੇ ਸਰੀਰ ਦੇ ਅੰਦਰ ਤੀਰ ਨਹੀਂ ਲੱਗਦੀ, ਕਿਰਪਾਨ ਨਾਲ ਕੋਈ ਵਾਰ ਨਹੀਂ ਹੁੰਦਾ। ਪਰ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੀਰ ਹੈ ਜਿਹੜਾ 13 ਮੀਲ ਤੱਕ ਵਾਰ ਕਰਦਾ ਹੈ। ਗੁਰੂ ਸਾਹਿਬ ਆਖਣ ਲੱਗੇ ਵੀ ਆਖਰੀ ਸਮੇਂ ਤੋਂ ਪਹਿਲੇ ਆਪਣੇ ਗੁਰੂ ਪੀਰਾਂ ਨੂੰ ਕਿਹਾ ਲੈ, ਹੁਣ ਤੀਰ ਦੀ ਮੇਰੀ ਵਾਰੀ ਹੈ। ਤੇ ਗੁਰੂ ਸਾਹਿਬ ਨੇ ਜੋਸ਼ ਦੇ ਅੰਦਰ ਆ ਕੇ ਤੀਰ ਛੱਡਿਆ, ਜਾ ਕੇ ਉਹਦੇ ਸੀਨੇ ਦੇ ਵਿੱਚ ਲੱਗਾ ਤੇ ਉਸੇ ਵਕਤ ਇਹ ਢਹਿ ਢੇਰੀ ਹੋ ਗਿਆ ਤੇ ਯੁੱਧ ਦਾ ਮੈਦਾਨ ਗੁਰੂ ਸਾਹਿਬ ਨੇ ਜਿੱਤ ਲਿਆ।